राज्य की कांग्रेस सरकार, जिसके द्वारा राज्य में 2017 के दौरान किए गए सभी वायदों को पूरा करने का दम भरा जा रहा है, वहीं दूसरी तरफ राज्य के ज्यादातर विभागों के कच्चे कर्मचारी मांगों को लेकर हड़ताल पर हैं। इसी के चलते आज सेहत विभाग के कर्मचारियों द्वारा कलमछोड़ हड़ताल कर राज्य सरकार के खिलाफ प्रदर्शन किया गया, जिसके चलते सिविल अस्पताल में आने वाले मरीजों को खासी परेशानी का सामना करना पड़ा और हड़ताल की वजह से मरीजों को बिना इलाज करवाए वापस लौटना पड़ा। सिविल हॉस्पिटलों बड़ी दूरों तो ਸਵੇਰ ਦਾ ਆਇਆ ਹੋਇਆ, ਮੈਂ ਸਵੇਰ ਦਾ ਖੱਜਲ ਹੋਣ ਡਿਆ, ਨਾ ਇੱਥੇ ਕੋਈ ਡਾਕਟਰ ਮਿਲ ਰਿਹਾ, ਨਾ ਕੋਈ ਟ੍ਰੀਟਮੈਂਟ ਹੋਣ ਡਿਆ। ਮੈਂ ਦੇਖੋ ਪਰਚੀਆਂ ਡਾਕਟਰਾਂ ਦੁਨੀਆ ਲਿਖ ਕੇ ਦਿੱਤੀ ਨੇ ਮੈਨੂੰ। ਮੈਂ ਸਵੇਰ ਦਾ ਘੱਟੋ ਘੱਟ ਵੀ ਕੋਈ 4-5 ਘੰਟੇ ਇੱਥੇ ਖੱਜਲ ਹੋਣ ਡਿਆ। ਸਰਕਾਰ ਨੂੰ ਚਾਹੀਦਾ ਇਹਨਾਂ ਦੀ ਮੰਗਾਂ ਮੰਨ ਲੈਣ। ਇਹਨਾਂ ਦੇ ਇਹਦੇ ਵਿੱਚ ਲੋਕਾਂ ਦਾ ਕੀ ਕਸੂਰ ਹੈ? ਦੇਖੋ ਨਾ, ਲੋਕਾਂ ਨੇ ਆਪਣੇ ਜਾਂ ਸਰਕਾਰ ਸਾਨੂੰ ਕਹਿ ਦੇ ਕਿ ਲੈ ਵੀ ਤੁਹਾਡੀ ਸਿਵਲ ਹਸਪਤਾਲ ਆ ਕੇ ਤੁਹਾਡਾ ਕੋਈ ਕੰਮ ਨਹੀਂ ਹੋਣਾ, ਲੇਕਿਨ ਅਸੀਂ ਐਡੀ ਦੂਰੋਂ ਕਿਰਾਇਆ ਭਾੜਾ ਖਰਚ ਕੇ ਐਡੀ ਦੂਰੋਂ ਆਉਂਦੇ ਹਾਂ। ਇੱਥੇ ਆ ਕੇ ਸਾਨੂੰ ਅੱਗੇ ਦੇਖਦੇ ਹਾਂ ਕਿ ਨਰਸਾਂ ਵੀ ਹੜਤਾਲ 'ਤੇ ਬੈਠੀਆਂ, ਡਾਕਟਰ ਵੀ ਹੜਤਾਲ 'ਤੇ ਬੈਠੇ ਆ। ਜਿਹੜੇ ਮਰਜ਼ੀ ਕਿਸੇ ਡਾਕਟਰ ਦੇ ਰੂਮ 'ਚ ਚਲੋ, ਸਾਰਿਆਂ ਦਾ ਤਾਲਾ ਲੱਗਿਆ ਹੋਇਆ ਅਤੇ ਬਾਹਰ ਕੁਛ ਨੂੰ ਜਦ ਤੱਕ ਲਿਖ ਕੇ ਲਾ ਦਿਓ ਕਿ ਅਸੀਂ ਨਹੀਂ ਮਿਲਣਾ। ਪਲੀਜ਼ ਮੈਨੂੰ ਸਰਕਾਰ ਦਾ ਅੱਗੇ ਇਹੀ ਬੇਨਤੀ ਹੈ ਕਿ ਇਹਨਾਂ ਦੀ ਮੰਗਾਂ ਮੰਨ ਲਓ ਅਤੇ ਸਾਨੂੰ ਘੱਟੋ ਘੱਟ ਸਾਨੂੰ ਚੈਨ ਨਾਲ ਸਾਡਾ ਕੰਮ ਹੋਏ ਨੇ, ਕਮ ਸੇ ਕਮ ਦਵਾਈਆਂ ਮਿਲਣ, ਸਾਡੀ ਟ੍ਰੀਟਮੈਂਟ ਹੈ ਨੂੰ। ਐਡੀ ਦੂਰੋਂ ਗਰੀਬ ਵਿਚਾਰੇ ਮੈਂ ਦੇਖੇਗਾ ਨਾ ਸਿਵਲ ਸ਼ਹਿਰ ਦੇ ਖੱਜਲ ਹੋਣ ਡੇ ਨੇ। ਕਿਰਪਾ ਕਰਕੇ ਮੇਰੀ ਸਰਕਾਰ ਕੋਲ ਇਹੀ ਬੇਨਤੀ ਹੈ ਕਿ ਇਹਨੇ ਮੰਗਾਂ ਮੰਨੋ ਅਤੇ ਸਾਡੇ ਕੰਮ ਹੋਣ ਦਿਓ। ਮੈਨੂੰ 4 ਦਿਨ ਹੋ ਗਏ ਸੁਜਾਨਪੁਰ ਹਸਪੀਟਲ ਸਿਵਲ ਹਸਪੀਟਲ ਚੱਕਰ ਲਾਉਂਦੇ। ਮੈਂ ਹੈਂਡੀਕੈਪਡ ਬੰਦਾ, ਮੇਰੀ ਇੱਕ ਲੱਤ ਹੈ ਨਹੀਂ। ਉਹ 4 ਦਿਨ ਹੋ ਗਏ ਉੱਥੇ ਚੱਕਰ ਲਾਉਂਦੇ ਪਏ ਅਤੇ ਉਹਨਾਂ ਨੇ ਅੱਜ ਮੈਨੂੰ, ਮੈਂ ਬੀਪੀ ਦਾ ਪੇਸ਼ੈਂਟ ਹੈ, ਮੈਂ 2019 ਤੋਂ ਮੇਰੀ ਦਵਾਈ ਚੱਲ ਰਹੀ ਹੈ, ਉੱਥੋਂ ਮੈਂ ਦਵਾਈ ਲੈ ਰਿਹਾ ਸੁਜਾਨਪੁਰ ਤੋਂ। ਮੈਨੂੰ ਸੁਜਾਨਪੁਰ ਹਸਪੀਟਲ ਤੋਂ ਕੋਈ ਪ੍ਰੋਬਲਮ ਨਹੀਂ ਆਈ। ਅੱਜ ਮੇਰਾ ਵੀ ਬੀਪੀ ਥੋੜ੍ਹਾ ਹਾਈ ਹੋ ਗਿਆ ਉੱਥੇ। ਮੈਂ ਵੀ ਕੁਛ ਉਹਨਾਂ ਨੂੰ ਬੋਲ ਦਿੱਤਾ ਵੀ ਮੈਨੂੰ ਤੁਸੀਂ ਲਿਖ ਕੇ ਦੇ ਦਿਓ ਵੀ ਅਸੀਂ ਦਵਾਈ ਨਹੀਂ ਦਾਂਗੇ, ਜਾਂ ਹੋਰ ਜੇ ਤੁਸੀਂ ਹੜਤਾਲ ਕਰਨੀ ਹੈ ਤਾਂ ਬਾਹਰ ਬੈਠੋ। ਉਹ ਪਬਲਿਕ ਨੂੰ ਕਿਉਂ ਖਰਾਬ ਕਰ ਰਹੀ ਹੈ ਸਰਕਾਰ? ਇਹਨਾਂ ਨੂੰ ਹਸਪੀਟਲ ਬੰਦ ਕਰ ਦੇ, ਸਰਕਾਰੀ ਹਸਪੀਟਲ ਫੈਕਟਰੀ ਬੰਦ ਕਰ ਦੇ, ਦੁਨੀਆ ਜਿੱਥੇ ਮਰਜ਼ੀ ਜਾਏ। ਇਹ ਸਰਕਾਰ ਵਾਲਾ ਇੰਨਾ ਨਹੀਂ ਕਰ ਸਕਦੀ, ਹਸਪੀਟਲ ਬੰਦ ਕਰੋ। ਨਹੀਂ, ਪੇਸ਼ੈਂਟ ਇੰਨੀ ਦੁਨੀਆ ਘੁੰਮ ਰਹੀ ਹੈ ਇੱਧਰ ਉੱਧਰ ਬਿਨਾਂ ਕਿਸੇ ਡਾਕਟਰ ਕੋਲ ਜਾਓ ਸਾਡੀ ਹੜਤਾਲ ਆ, ਨਰਸ ਕੋਲ ਜਾਓ ਹੜਤਾਲ ਆ, ਕਿਸੇ ਕੋਲ ਵੀ ਜਾਓ ਹੜਤਾਲ ਆ। ਬੰਦੇ ਕੀ ਕਰਨ ਵਿਚਾਰੇ? ਅਸੀਂ ਹੈਂਡੀਕੈਪਡ ਬੰਦੇ ਕਿੰਨਾ ਕੁ ਘੁੰਮੀਏ? ਨਹੀਂ ਤਾਂ ਇਹਨਾਂ ਨੂੰ ਕੋਈ ਬੰਦ ਕਰੋ ਹਸਪੀਟਲ, ਜਿੱਥੋਂ ਮਰਜ਼ੀ ਦਵਾਈ ਲੈਣ, ਸਿਵਲ ਚੋਂ ਲਈਏ ਨਹੀਂ ਲਈਏ, ਕੋਈ ਮਰੇ ਜੀਏ। ਸਰਕਾਰ ਨੂੰ ਕੀ ਮਤਲਬ ਹੈ ਇਸ ਨਾਲ? ਹਾਂਜੀ ਸਰ, ਇਸ ਤਰ੍ਹਾਂ ਹੈ ਕਿ ਸਾਡੇ ਤੋਂ ਪਹਿਲੇ NHM ਦੇ ਤੇ ਆਊਟਸੋਰਸ ਮੁਲਾਜ਼ਮਾਂ ਨੇ ਆਪਣੀ ਹੜਤਾਲ ਕੀਤੀ ਹੈ। ਅੱਜ ਸ਼ਾਇਦ ਉਹਨਾਂ ਦੇ 1.5-2 ਮਹੀਨਾ ਹੋ ਗਿਆ ਤੇ ਸਰਕਾਰ ਨੇ ਉਹਨਾਂ ਦੀ ਕੋਈ ਵੀ ਜਾਇਜ਼ ਮੰਗ ਦੇ ਉੱਤੇ ਕੋਈ ਧਿਆਨ ਨਹੀਂ ਦਿੱਤਾ। ਈਵਨ ਮੈਂ ਇੱਥੇ ਤੱਕ ਬੜੀ ਸ਼ਰਮ ਦੀ ਗੱਲ ਕਹਿੰਦੇ ਆ ਵੀ ਮੈਨੂੰ ਸ਼ਰਮ ਆ ਰਹੀ ਹੈ ਕਿ ਜਿਹੜੇ ਸਾਡੇ ਕਹਿੰਦੇ ਕਹਾਉਂਦੇ ਨੁਮਾਇੰਦੇ ਆ ਸ਼ਹਿਰ ਦੇ, ਜਿਨ੍ਹਾਂ ਨੂੰ ਅਸੀਂ ਖੁਦ ਵੋਟਾਂ ਪਾ ਕੇ ਜਿਤਾਇਆ, ਉਹ ਸਾਡੀ ਆਵਾਜ਼ ਸੁਣਨ ਲਈ ਸਾਡੇ ਦਰਿਆਂ ਦੇ ਨਾਲ ਇੱਥੇ ਬਹਿ ਕੇ ਤੱਕ ਨਹੀਂ ਆਏ ਕਿ ਤੁਹਾਡਾ ਹਾਲ ਕੀ ਹੈ। ਔਰ ਇਹਨਾਂ ਦੀ ਜਿਹੜੀ ਚੱਲ ਰਹੀ ਐਜੀਟੇਸ਼ਨ ਵਿੱਚ ਅੱਜ ਸਪੋਰਟ ਕਰਨ ਲਈ 22 ਤਰੀਕ ਤੋਂ ਅਸੀਂ ਮਿਨਿਸਟੀਰੀਅਲ ਸਰਵਿਸਿਜ਼ ਔਰ ਬਾਕੀ ਜਥੇਬੰਦੀਆਂ ਨਾਲ ਜੁੜੀਆਂ ਨੇ, ਕਿਉਂਕਿ ਸਾਨੂੰ ਇਹਨਾਂ ਦਾ ਦਰਦ ਸੀ। ਇਹ ਸਾਡਾ ਇੱਕ ਪਾਰਟ ਹੈਗੇ ਆ। ਇਹਨਾਂ ਨੇ ਸਾਡੇ ਤੋਂ ਸ਼ਾਇਦ ਵੱਧ ਕੰਮ ਕੀਤਾ ਹੈ। ਕੰਟਰੈਕਟਰ ਦੇ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਦਿਨ ਰਾਤ ਕੋਵਿਡ ਵਿੱਚ, ਨੌਨ ਕੋਵਿਡ ਦੋਨੋਂ ਡਿਊਟੀਆਂ ਕੀਤੀਆਂ। ਆਪਣੇ ਬੱਚਿਆਂ ਦੀਆਂ, ਆਪਣੀਆਂ ਫੈਮਲੀਜ਼ ਦੀ ਜਾਨਾਂ ਜੋਖਿਮ ਵਿੱਚ ਪਾ ਕੇ ਕੰਮ ਕੀਤੇ ਹੈ। ਇਹਨਾਂ ਨੇ ਇੰਜੈਕਸ਼ਨਸ ਲਗਵਾਏ, ਸਰਕਾਰ ਦੇ ਹਰ ਪ੍ਰੋਜੈਕਟ ਵਿੱਚ ਆਪਣਾ ਸਾਥ ਦਿੱਤਾ ਹੈ। ਬਟ ਸਰਕਾਰ ਇੰਨੀ ਬੇਸ਼ਰਮ ਹੋ ਚੁੱਕੀ ਹੈ ਕਿ ਉਹਨਾਂ ਦੀ ਮੰਗਾਂ ਸੁਣਨ ਤੱਕ ਨਹੀਂ ਆ ਰਹੀ ਹੈ। ਇਹ ਖੁਦ ਜਾ ਕੇ ਆਪਣਾ ਲੈ ਕੇ ਬਿਆਨ ਦੇ ਉੱਥੇ ਦੇਣ ਜਾਂਦੇ ਆ, ਆਪਣੀਆਂ ਬੇਨਤੀਆਂ ਲੈ ਕੇ ਜਾਂਦੇ ਆ, ਅਤੇ ਉੱਥੇ ਸਰਕਾਰਾਂ ਇਹਨਾਂ ਨੂੰ ਦੱਬ ਕੇ ਤੇ ਅੰਦਰ ਥਾਣਿਆਂ 'ਚ ਦੇ ਦਿੰਦੀ ਹੈ। ਬਹੁਤ ਹੀ ਨਖੇਦੀ ਕਰਦੀ ਹਾਂ ਮੈਂ ਬਤੌਰ ਜ਼ਿਲ੍ਹਾ ਪ੍ਰਧਾਨ, ਔਰ ਮੇਰੀ ਪੂਰੀ ਜਥੇਬੰਦੀ ਇਹਨਾਂ ਦੀ ਸਪੋਰਟ ਕਰਨ ਲਈ 22 ਤਰੀਕ ਤੋਂ ਲਗਾਤਾਰ ਹੜਤਾਲ 'ਤੇ ਹੈ। ਕੋਈ ਨਹੀਂ ਆਇਆ ਹਜੇ ਤੱਕ ਤਾਂ ਕੋਈ ਨਹੀਂ ਹੈ, ਲੋਕਲ ਲੈਵਲ 'ਤੇ ਤਾਂ ਕੋਈ ਨਹੀਂ ਹੈ। ਸਾਡੀਆਂ ਸਟੇਟ ਬੋਡੀਜ਼ ਖੁਦ ਆਪਣੇ ਦਮ ਦੇ ਉੱਤੇ ਜਾ ਕੇ ਮੰਤਰੀਜ਼ ਵਗੈਰਾ ਨੂੰ ਮਿਲ ਰਹੀਆਂ, ਬਟ ਕੋਈ ਪੋਜ਼ਿਟਿਵ ਰਿਸਪੌਂਸ ਨਹੀਂ ਹੈ। ਪਿਛਲੇ ਦਿਨ ਬਹੁਤ ਹੀ ਇੱਕ ਛੋਟੀ ਟੁਕੜੀ ਸਾਡੀ ਨਵੀਂ ਪੈਨਸ਼ਨ ਸਕੀਮ ਦੇ ਕੋਈ ਪ੍ਰਧਾਨ ਸੀਗੇ ਜਿਹੜੇ ਕਿ ਆਪਣਾ ਮੰਗ ਪੱਤਰ ਆਪਣੇ ਲੈਵਲ 'ਤੇ ਦੇ ਆਏ ਆ, ਪਰ ਜੋ ਇੱਕ ਮੇਨ ਮੰਗਾਂ ਨੇ ਉਹਨੂੰ ਲੈ ਕੇ ਕਿਸੇ ਨੇ ਸਾਨੂੰ ਡਾਇਰੈਕਟ 1-to-1 ਨਹੀਂ ਹੋਣ ਦਿੱਤਾ ਤੇ ਨਾ ਸੱਦਾ ਕੀਤਾ। ਮੀਡੀਆ ਦਾ ਹਾਰਦਿਕ ਧੰਨਵਾਦ ਕਰਦਾ। ਮੈਂ ਸੀਨੀਅਰ ਮੀਤ ਪ੍ਰਧਾਨ ਕਲੈਰੀਕਲ ਐਸੋਸੀਏਸ਼ਨ ਦੀਪਕ ਠਾਕੁਰ, ਜ਼ਿਲ੍ਹਾ ਪਠਾਨਕੋਟ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੀ ਹਰ ਆਵਾਜ਼ ਜਿਹੜੀ ਹੈ ਕਿ ਸਰਕਾਰ ਤੱਕ ਪਹੁੰਚਾਉਂਦੇ ਹੋ, ਲੇਕਿਨ ਸਰਕਾਰ ਗੂੰਗੀ ਬੋਲੀ ਸਰਕਾਰ ਹੈ। ਚੰਨੀ ਸਾਹਿਬ ਤੁਸੀਂ ਕਹਿ ਰਹੇ, ਤੁਸੀਂ ਸਵਾਲ ਕੀਤਾ, ਸਾਡੇ ਪ੍ਰਧਾਨ ਜੀ ਨੇ ਦੱਸਿਆ ਡਿਟੇਲ ਦੇ ਵਿੱਚ ਕਿ ਚੰਨੀ ਸਾਹਿਬ ਨੇ ਕੋਈ ਕਾਲ ਨਹੀਂ ਕੀਤੀ। ਉਹ ਹਵਾ 'ਚ ਤੀਰ ਛੱਡਦੇ ਨੇ। ਉਹ ਕਿਤੇ ਟੈਂਟ ਦੀ ਦੁਕਾਨ 'ਤੇ ਜਾਣ ਕਹਿੰਦੇ ਮੈਂ ਟੈਂਟ ਦਾ ਕੰਮ ਕਰਦਾ, ਕਿਤੇ ਲੁੱਕ ਪਾਉਣ ਜਾਣ ਤਾਂ ਮੈਂ ਲੁੱਕ ਦਾ ਕੰਮ ਕਰਦਾ। ਸਾਡੀ ਕੋਈ ਵੀ ਮੰਗਾਂ ਨਹੀਂ ਪੂਰੀਆਂ ਕੀਤੀਆਂ, ਜਦਕਿ ਸਾਡੇ 37 ਭੱਤੇ ਜਿਹੜੇ ਹੈ ਉਹ ਸਰਕਾਰ ਨੇ ਬੰਦ ਕੀਤੇ ਹੈ। ਨਾ ਸਾਡੇ ਕੱਚੇ ਮੁਲਾਜ਼ਮਾਂ ਪੱਕੇ ਹੋਣ ਦੀ ਕੋਈ ਨੋਟੀਫਿਕੇਸ਼ਨ ਜਾਰੀ ਕੀਤੀ, ਨਾ ਕੋਈ ਪੇ ਕਮਿਸ਼ਨ ਦੇ ਵਿੱਚ ਸ਼ੋਧ ਕੀਤਾ, ਨਾ ਬਕਾਇਆ DA ਦੀ ਕਿਸ਼ਤਾਂ ਦੀ ਗੱਲ ਕਰ ਰਹੇ ਨੇ, ਜਦਕਿ ਮੁਲਾਜ਼ਮ ਕੱਢਣ ਦੀ ਗੱਲ ਕਰ ਰਹੇ ਨੇ। ਇਹੀ ਹੈਲਥ ਡਿਪਾਰਟਮੈਂਟ ਹੈ ਜਿਹੜਾ ਦਿਨ ਰਾਤ ਕਰੋਨਾ ਦੇ ਵਿੱਚ ਸਾਡੀਆਂ ਨਰਸਿੰਗਾਂ ਭੈਣਾਂ, ਸਾਡਾ ਨਰਸਿੰਗ ਸਟਾਫ, ਸਾਰਾ ਹੈਲਥ ਡਿਪਾਰਟਮੈਂਟ ਜਿਹੜਾ ਕਿ ਸਾਰਾ ਦਿਨ ਰਾਤ ਜਿਨ੍ਹਾਂ ਨੇ ਕੰਮ ਕੀਤਾ, ਤੇ ਲੇਕਿਨ ਸਰਕਾਰ ਦੇ ਕੰਨਾਂ ਦੇ ਵਿੱਚ ਸੂਰ ਤੱਕ ਨਹੀਂ ਖਿੱਚਿਆ।
ਆਊਟਸੋਰਸ ਤੋਂ ਵਾਈਸ ਪ੍ਰਧਾਨ। ਮੈਂ ਇਹੀ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਸਾਡੇ ਮੁਲਾਜ਼ਮ ਡੇਢ ਮਹੀਨਿਆਂ ਤੋਂ ਸੜਕਾਂ ਤੇ ਰੁਲ ਰਹੇ ਨੇ ਕਿ ਸਰਕਾਰ ਵਾਅਦੇ ਤੇ ਕਰਦੀ ਹੈ ਕਿ ਤੁਹਾਨੂੰ ਰੈਗੂਲਰ ਕੀਤਾ ਜਾਏਗਾ, ਫਲਾਣੇ ਪੱਤੇ, ਫਲਾਣੇ ਪੇ ਸਕੇਲ ਸਭ ਕੁਝ, ਲੇਕਿਨ ਸਰਕਾਰ ਸਿਰਫ ਇੱਕ ਅੰਗੂਠਾ ਦਿਖਾ ਦਿੰਦੀ ਹੈ ਤੇ ਮੁਲਾਜ਼ਮਾਂ ਨੂੰ ਮਿਲਦਾ ਕੁਝ ਨਹੀਂ। ਔਰ ਸਰਕਾਰ ਨੂੰ ਚਾਹੀਦਾ ਕਿ ਮੁਲਾਜ਼ਮਾਂ ਦੇ ਜਿਹੜੀਆਂ ਵੀ ਮੰਗਾਂ ਉਹ ਪੂਰੀਆਂ ਕੀਤੀਆਂ ਜਾਣ ਤਾਂ ਕਿ ਉਹ ਆਪਣੇ ਘਰ ਦਾ ਗੁਜ਼ਾਰਾ ਚਲਾ ਸਕਣ। ਸਰਕਾਰਾਂ ਸਹੁੰ ਖਾਂਦੀਆਂ ਕਿ ਅਸੀਂ ਫਲਾਣੇ ਕੰਮ ਕਰਤੇ, ਔਰ ਮੇਰੀ ਖਾਸ ਕਰਕੇ ਮੁਲਾਜ਼ਮਾਂ ਨੂੰ ਵੀ ਇਹੀ ਹੈ ਕਿ ਉਹ ਜਦੋਂ ਵੋਟ ਪਾਉਣ ਜਾਣ ਤਾਂ ਫਲਾਣੀਆਂ ਸਹੁੰ ਖਾ ਲੈਣ ਕਿ ਅਸੀਂ ਵੋਟ ਉੱਥੇ ਪਾਣੇ ਆ। ਦੀ ਗੱਲ ਕਲੀਅਰ ਕਰਦਾ, ਹੁਣ ਸਾਨੂੰ ਇਹਨਾਂ ਕੰਜਰਾਂ ਤੋਂ ਸਾਨੂੰ ਮੀਟਿੰਗਾਂ ਚਾਹੀਦੀਆਂ ਹੀ ਨਹੀਂ। ਅਸੀਂ ਹੁਣ ਤੱਕ ਲਗਭਗ 20 ਮੀਟਿੰਗਾਂ ਕਰ ਚੁੱਕੇ ਹਾਂ, ਜਿਹਦੇ ਵਿੱਚੋਂ 10 ਜਾਂ 12 ਤੇ ਸਿਰਫ ਚੰਨੀ ਸਾਹਿਬ ਨਾਲ ਹੋਣਗੀਆਂ, ਜਿਹਦੇ ਵਿੱਚ ਅਸੀਂ ਹਰ ਵਾਰ ਜਾ ਕੇ ਸਮਝਾ ਕੇ ਆਉਂਦੇ ਹਾਂ। ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਨੇ ਕਿਹੜੀ PhD ਕੀਤੀ ਹੈ ਜਾਂ ਇਹਨਾਂ ਨੇ ਕਿਹੜੇ ਆਪਣੇ ਜਿਹੜੇ IAS ਅਫਸਰ ਬਿਠਾਏ ਆ, ਜਿਨ੍ਹਾਂ ਨੂੰ ਹਰ ਵਾਰ ਜਾ ਕੇ ਅਸੀਂ ਫਿਰ ਜ਼ੀਰੋ ਤੋਂ ਸਾਰੀ ਗੱਲ ਨੂੰ ਸਮਝਾਉਂਦੇ ਹਾਂ। ਫਿਰ ਅਗਲੀ ਵਾਰ ਜਾਂਦੇ ਹੋ, ਅੱਛਾ ਤੁਹਾਡਾ ਮਸਲਾ ਕੀ ਸੀਗਾ। ਇਹਨਾਂ ਦਾ ਇਹ ਵਤੀਰਾ ਸਾਨੂੰ ਬਿਲਕੁਲ ਇਹ ਸੋਚਣ ਤੇ ਮਜਬੂਰ ਕਰਦਾ ਹੈਗਾ ਕਿ ਜਾਂ ਤੇ ਇਹ ਬੰਦੇ ਇਹਨਾਂ ਚੀਜ਼ਾਂ ਦੇ ਕੈਪੇਬਲ ਨਹੀਂ ਜੋ ਇਹਨਾਂ ਨੂੰ ਅਸੀਂ ਪੋਸਟਾਂ ਦੇਤੀਆਂ ਗਈਆਂ, ਜਾਂ ਇਹ ਸਾਡੇ ਕੰਮ ਕਰਵਾਉਣਾ ਨਹੀਂ ਚਾਹੁੰਦੇ। ਤੁਸੀਂ ਇੱਕ ਮੈਡਮ ਨੂੰ ਕੁਐਸਚਨ ਪੁੱਟ ਕੀਤਾ ਸੀਗਾ ਕਿ ਤੁਸੀਂ ਗਏ ਸੀਗੇ, ਉਹਨਾਂ ਨੇ ਵਿਜ ਸਾਹਿਬ ਨੇ ਬੁਲਾਇਆ ਸੀਗਾ ਉੱਥੇ ਮੰਗ ਪੱਤਰ ਦੇਣ। ਮੈਨੂੰ ਪਰਸਨਲੀ ਕਾਲ ਆਈ ਸੀਗੀ ਕਿ ਤੁਸੀਂ ਆਇਓ, ਤੁਹਾਨੂੰ ਮਿਲਾਵਾਂਗੇ। ਸਾਨੂੰ ਉੱਥੇ ਜਾ ਕੇ ਸਾਨੂੰ ਜਿਹੜਾ ਆਡੀਟੋਰੀਅਮ ਹੈਗਾ, ਆਡੀਟੋਰੀਅਮ ਦੇ ਵਿੱਚ ਲਗਭਗ 3 ਘੰਟੇ ਬਿਠਾਇਆ। ਉਹ ਬਿਠਾਇਆ ਕਿ ਡਿਟੇਨ ਕੀਤਾ ਸਾਨੂੰ ਇਹ ਵੀ ਨਹੀਂ ਸਮਝ ਆਈ ਹੁਣ ਤੱਕ। ਸਾਨੂੰ ਉੱਥੇ ਜਾ ਕੇ ਕਿ ਹਾਂ ਵੀ ਪਹਿਲੀ ਸ਼ਰਤ ਰੱਖੀ ਕਿ ਤੁਸੀਂ ਆਪਣੀ ਪੂਰੀ ਯੂਨੀਅਨ ਨਹੀਂ ਲੈ ਕੇ ਆਓਗੇ, ਤੁਸੀਂ 2 ਜਾਂ 3 ਜਾਣੇ ਆਓ, ਅਸੀਂ ਤੁਹਾਨੂੰ ਮਿਲਾਵਾਂਗੇ। ਅਸੀਂ ਉੱਥੇ ਜਾ ਕੇ ਜਿੱਦਾਂ ਉਹਨਾਂ ਨੇ ਕਿਹਾ, ਸਾਨੂੰ ਵੀ ਇਹ ਉਮੀਦ ਨਹੀਂ ਸੀ ਕਿ ਸਾਡੇ ਵੀ ਜਿਹੜੇ ਮੰਤਰੀ ਇੱਥੋਂ ਦੇ ਹੈਗੇ, ਜਿਹੜੇ MLA ਅਸੀਂ ਬਣਾਏ ਆ, ਉਹ ਸਾਡੇ ਨਾਲ ਇੱਦਾਂ ਕਰਨਗੇ। ਜਿਹੜਾ ਰੁੱਖ ਤੁਸੀਂ ਆਪ ਆਪਣੇ ਹੱਥੀਂ ਲਾਇਆ ਹੋਵੇ ਨਾ, ਜੇ ਉਹਦੇ ਕੰਡੇ ਤੁਹਾਨੂੰ ਚੁੱਭਣ ਲੱਗ ਪੈਣ ਨਾ ਤੇ ਕਿਤੇ ਨਾ ਕਿਤੇ ਉਹਦੀ ਜੜ੍ਹਾਂ ਪੁੱਟਣੀਆਂ ਬੜੀਆਂ ਜ਼ਰੂਰੀ ਹੋ ਜਾਂਦੀਆਂ। ਇਸ ਕਰਕੇ ਇਹ ਉਹ ਕੰਡੇ ਆ ਜਿਹੜੇ ਹੁਣ ਸਾਨੂੰ ਹੀ ਸੂਲਾਂ ਚੋਭਦੇ ਪਏ ਹੈਗੇ ਆ। ਤੁਹਾਡੇ ਚੈਨਲ ਉਸ ਦਿਨ ਉੱਥੇ ਵੀ ਮੈਨੂੰ ਮਿਲੇ ਸੀਗੇ। ਅਸੀਂ ਉਹਨਾਂ ਨੇ ਜਿੱਦਾਂ ਕਬਾੜੀਆ ਇੱਕ ਕਬਾੜ ਇਕੱਠਾ ਕਰਦਾ ਨਾ ਆਵਾਜ਼ਾਂ ਮਾਰ ਕੇ, ਇਸ ਹਿਸਾਬ ਨਾਲ ਉਹਨਾਂ ਨੇ ਉੱਥੇ 4 ਜਾਂ 5 ਜਥੇਬੰਦੀਆਂ ਦੇ ਜਿਹੜੇ ਮੈਮੋਰੰਡਮ ਆ ਉਹ ਲਏ ਆ। ਤੇ ਮੈਨੂੰ ਨਹੀਂ ਲੱਗਦਾ ਕਿ ਜੇ 2-2 ਨੁਮਾਇੰਦੇ ਸੀਗੇ ਹਰ ਜਥੇਬੰਦੀ, 5 ਜਥੇਬੰਦੀਆਂ ਸੀਗੀਆਂ, ਜੇ 1-1 ਮਿੰਟ ਦੇ ਵੀ ਦਿੰਦੇ ਜਾਂ ਗੱਲ ਸੁਣ ਲੈਂਦੇ ਤੇ ਇੰਨਾ ਕੋਈ ਇਹਨਾਂ ਦਾ ਹੁੰਦਾ। ਤੁਸੀਂ ਵੀ ਇੱਥੇ ਦੇਖਿਆ ਹਰ 10 ਕਦਮ ਚੱਲਣ ਵਾਸਤੇ ਤੇ ਇਹ ਜਹਾਜ਼ ਵਰਤਦੇ ਪਏ ਹੈਗੇ ਆ। ਇਹ ਕਿਹੜੇ ਇਹਨਾਂ ਦੇ ਪਿਓ ਦੇ ਪੈਸੇ ਹੈਗੇ ਆ? ਸਾਡੇ ਲੋਕਾਂ ਦੇ ਪੈਸੇ ਆ ਜਿਹੜੇ ਇਹ ਇਹਨਾਂ ਚੀਜ਼ਾਂ ਤੇ ਖਰਚਦੇ ਪਏ ਹੈਗੇ ਆ, ਵੋਟਾਂ ਦੇ ਵਾਸਤੇ, ਜਾਂ ਜਿਹੜੇ ਕਹਿ ਲਓ ਕਿ ਬੈਨਰ ਪੋਸਟਰ ਲਗਾਉਂਦੇ ਪਏ ਹੈਗੇ ਆ। ਪੋਸਟਰ ਵਾਰ ਛਿੜੀ ਆ ਅੱਜ। ਸਾਰੇ ਜਿਹੜੇ ਮਤਲਬ ਹੈਗੇ ਆ ਪਾਰਟੀਆਂ ਹੈਗੀਆਂ, ਇਹ ਕਿੱਥੋਂ ਆ ਰਹੇ ਆ? ਆਪਣੇ ਭੱਤੇ ਵੱਧ ਗਏ ਹੈ, ਮੁਲਾਜ਼ਮਾਂ ਦੇ ਸਾਰੇ ਇਹ 37 ਵੀ ਕੱਟ ਲਓ, NHM ਨੂੰ ਪੱਕਾ ਵੀ ਨਾ ਕਰੋ, ਫਿਰ ਬਾਕੀ ਵੀ ਜੋ ਚੀਜ਼ਾਂ ਚਾਹੀਦੀਆਂ ਹੈਗੀਆਂ ਇਹਨਾਂ ਵਾਸਤੇ। ਆਪਣੇ ਵਾਸਤੇ ਜਦੋਂ ਇਹਨਾਂ ਦੀ ਕਾਂਗਰਸ ਸਰਕਾਰ ਹੀ ਸੀਗੀ, ਇਹ ਰਾਜਾ ਹੀ ਸੀਗਾ ਨਾ ਜਿਹੜਾ ਪੂਰੇ ਕੋਵਿਡ ਟਾਈਮ ਦੇ ਵਿੱਚ ਆਪਣੇ ਮੰਤਰੀਆਂ ਨੂੰ ਮਿਲਣ ਵਾਸਤੇ ਘਰੋਂ ਬਾਹਰ ਨਿਕਲਿਆ। ਜਦੋਂ ਉਹਦੇ ਵਿੱਚ ਵੀ ਮਤਲਬ ਵੀਡੀਓ ਕਾਨਫਰੰਸ ਦੇ ਵਿੱਚ ਵੀ ਯੂਜ਼ ਕਰਨਾ, ਤੇ ਉਸ ਲਈ ਵੀ 2-2 3-3 ਮਾਸਕ ਲਾ ਕੇ। ਜੇ ਇੰਨਾ ਖੌਫ ਸੀਗਾ ਇਹਨਾਂ ਨੂੰ ਉਸ ਵੇਲੇ ਜਦੋਂ ਸਾਡੇ ਬੰਦਿਆਂ ਨੇ ਕੰਮ ਕੀਤਾ, ਤੇ ਅਸੀਂ ਕਿਉਂ ਨਹੀਂ ਇੰਨੇ ਹੱਕਦਾਰ ਕਿ ਅਸੀਂ ਪੱਕੇ ਹੋਈਏ? ਡਾਕਟਰ ਸਾਹਿਬ ਐਜੀਟੇਸ਼ਨ ਜੀ ਜਦ ਤੱਕ ਸਾਡੇ ਵਾਸਤੇ ਰੈਗੂਲਰ ਦਾ ਤੇ ਜਿਹੜੇ ਭੱਤੇ ਕੱਟੇ ਹੈਗੇ ਆ, ਇਹਦਾ ਕੋਈ ਪੁਖਤਾ ਸਾਨੂੰ ਲਿਖਿਤ ਅਸ਼ੋਰਟੀ ਨਹੀਂ ਮਿਲਦੀ ਆ, ਤਾਂ ਤੱਕ ਤੇ ਚੱਲੇਗਾ ਹੀ ਚੱਲੇਗਾ। ਤੇ ਤੁਹਾਡੇ ਮਾਧਿਅਮ ਤੋਂ ਹੀ ਇਹ ਜ਼ਰੂਰ ਦੱਸਣਾ ਚਾਹੁੰਦੇ ਆ, ਅੱਜ ਪਹਿਲਾ ਦਿਨ ਹੈਗਾ ਕਿ ਪੂਰਾ ਹਸਪਤਾਲ ਬੰਦ ਆ। ਇਹ ਵੀ ਹੋ ਸਕਦਾ ਕਿ ਅਣਮਿੱਥੇ ਸਮੇਂ ਤੱਕ। ਅੱਜ ਇੱਕ ਸਿਰਫ ਟ੍ਰੇਲਰ ਹੈਗਾ ਜੋ ਅਸੀਂ ਦਿਖਾਣਾ ਹੈਗਾ, ਤੇ ਅਜੇ ਸਿਰਫ ਅਸੀਂ ਪਠਾਨਕੋਟ ਦੇ ਵਿੱਚ ਦਿਖਾ ਰਹੇ ਹਾਂ। ਇਹ ਨਾ ਹੋਵੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਪੂਰੇ ਸੂਬੇ ਦੇ ਵਿੱਚ ਸਾਰੇ ਸਰਕਾਰੀ ਹਸਪਤਾਲ ਬੰਦ ਹੋਣ ਤੇ ਮੁਲਾਜ਼ਮ ਦਰੀਆਂ ਤੇ ਬੈਠੇ ਹੋਣ, ਤੇ ਫਿਰ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਕਿ ਜੇ ਹੁਣ ਇਹ ਕਰਦੇ ਆ, ਕੁਝ ਕਰਨਾ ਚਾਹੁੰਦੇ ਆ कि नहीं करना चाहते। धन्यवाद। वीडियो जर्नलिस्ट अभिषेक भारद्वाज के साथ अजय सैनी की रिपोर्ट।